ਸੰਤੋ ਰਾਮ ਨਾਮ ਨਿਸਤਰੀਐ, ਉਠਤ ਬੈਠਤ ਹਰ ਹਰ ਧਿਆਈਐ, ਅਨ ਦਿਨ ਸੁਕਿਰਤ ਕਰੀਐ। ਸੰਤੋ ਰਾਮ ਨਾਮ ਨਿਸਤਰੀਐ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਬਡ ਭਾਗੀ ਪਾਏ। ਕੋਟ ਜਨਮ ਕੇ ਕਿਲ ਵਿਖ ਨਾਸੇ, ਹਰ ਚਰਣੀ ਚਿਤ ਲਾਏ। ਸੰਤੋ ਰਾਮ ਨਾਮ ਨਿਸਤਰੀਐ। ਨੀਕੀ ਕੀਰੀ ਮੈਂ ਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ। ਜਿਸ ਕਾ ਸਾਸ ਨ ਕਾਢਤ ਆਪ, ਤਾਂ ਕੋ ਰਾਖਤ ਦੇ ਕਰ ਹਾਥ। ਮਾਨਸ ਜਤਨ ਕਰਤ ਬਹੁ ਭਾਂਤ, ਤਿਸਕੇ ਕਰਤਵ ਬਿਰਥੇ ਜਾਤ। ਮਾਰੇ ਨ ਰਾਖੈ ਅਵਰ ਨ ਕੋਇ, ਸਰਬ ਜੀਆਂ ਕਾ ਰਾਖਾ ਸੋਏ। ਕਾਹੇ ਸੋਚ ਕਰੈ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲਖ ਬਿਡਾਣੀ। ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮਨ ਤਨ ਧਰਪੀਐ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਹੀਂ ਦ੍ਰਿਸ਼ਟਾਇਆ। ਨਾਮ ਤਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ। ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮੈ ਨਾਮ ਸਮਾਨੇ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਬੋਲੋ ਜਸ ਜਿਹਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ। ਕਰੈ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹੈ ਸਮਾਏ। ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ। ਤਿਸ ਕੀ ਮਹਿਮਾ ਕੌਣ ਵਖਾਨੋ, ਤਿਸ ਕਾ ਗੁਣ ਕਹਿ ਏਕ ਨਾ ਜਾਨੋ। ਆਠ ਪਹਿਰ ਪ੍ਰਭ ਬਸੈ ਹਜੂਰੇ, ਕਹੋ ਨਾਨਕ ਸਈ ਜਨ ਪੂਰੇ। ਮਨ ਮੇਰੇ ਤਿਨ ਕੀ ਓਟ ਲੇ, ਮਨ ਤਨ ਆਪਣਾ ਤਿਨ ਜਨ ਦੇ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਤਿਸ ਕੀ ਸਰਨ ਸਰਬ ਸੁਖ ਪਾਵੈ, ਤਿਸ ਕੈ ਦਰਸ ਸਭ ਪਾਪ ਮਿਟਾਵੈ। ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। ਆਵਨ ਜਾਣ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਆਵਨ ਜਾਣ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦੀ ਬਾਣੀ ਸੁਖਮਨੀ ਸਾਹਿਬ ਚੋਂ ਆਪਾਂ ਰੋਜ਼ ਵਿਚਾਰ ਕਰਦੇ ਹਾਂ। ਅੱਗੇ ਦੀ ਵਿਚਾਰ ਹਾਜ਼ਰ ਹੈ। ਸਾਧ ਸੰਗਤ ਜੀਓ, ਆਪਣੀ ਤੁੱਛ ਬੁੱਧੀ ਅਨੁਸਾਰ ਪਹਿਲਾਂ ਗੁਰਾਂ ਦੁਆਰਾ ਬਖਸ਼ੀ ਹੋਈ ਫਤਿਹ ਅਰਜ ਕਰੀਏ, ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੀਕੀ ਕੀਰੀ ਮਹਿ ਕਲ ਰਾਖੈ। ਛੋਟੀ ਜੀ ਕੀੜੀ ਦੇ ਵਿੱਚ ਵੀ ਸੱਤਿਆ ਰੱਖੀ ਹੋਈ ਹੈ ਉਹਨੇ, ਸ਼ਕਤੀ ਹੈ ਉਹਦੀ। ਹਾਥੀ 'ਚ ਵੀ ਉਸੇ ਦੀ ਹੈ, ਕੀੜੀ ਵਿੱਚ ਵੀ ਉਸੇ ਦੀ ਹੈ। ਭਸਮ ਕਰੈ ਲਸਕਰ ਕੋਟ ਲੱਖ ਹੈ, ਕਰੋੜਾਂ ਹੀ ਲਸ਼ਕਰ ਯਾਨੀ ਫੌਜਾਂ ਨੂੰ ਇੱਕ ਮਿੰਟ ਵਿੱਚ ਭਸਮ ਕਰ ਦਿੰਦਾ। ਇਹ ਦੇਖੋ ਵਿਡੰਬਣਾ। ਇੱਕ ਕੀੜੀ ਬਣ ਕੇ ਬੰਦਾ ਜਿਹੜਾ ਆਪਣੇ ਆਪ ਨੂੰ ਇੰਨਾ ਛੋਟਾ ਕਰ ਲਵੇ, ਨਿਮਰ ਕਰ ਲਵੇ, ਉਹ ਪਹਾੜ ਨੂੰ ਢਾਹ ਲੈਂਦਾ, ਹਉਮੈ ਰੂਪੀ ਪਹਾੜ ਨੂੰ ਗੇਰ ਦਿੰਦਾ ਹੇਠਾਂ। ਜਿਸ ਕਾ ਸਾਸ ਨਾ ਕਾਢਤ ਆਪ, ਤਾਂ ਕੋ ਰਾਖਤ ਦੇ ਕਰ ਹਾਥ। ਜਿਹਦਾ ਸਾਸ ਉਹਨੇ ਨਹੀਂ ਕੱਢਣਾ ਹੁੰਦਾ, ਉਹਨੂੰ ਹੱਥ ਦੇ ਕੇ ਰੱਖ ਲੈਂਦਾ। ਪਿੱਛੇ ਜੇ ਸਾਧ ਸੰਗਤ ਜੀ ਉਹ ਸ਼ਿਮਲੇ ਨੂੰ ਜਾਂਦੀ ਇੱਕ ਬੱਸ, 2 ਸਾਲ ਦੀ ਬਾਤ ਹੈ, ਹੇਠਾਂ ਗਿਰ ਗਈ ਸੀ, ਰਾਤ ਨੂੰ ਗਿਰ ਗਈ ਸੀਗੀ ਡੂੰਘੀ ਖੱਡ 'ਚ 1-2 ਕਿਲੋਮੀਟਰ ਹੇਠ। ਦੇਖੋ ਮਹਾਰਾਜ ਦੀ ਕਲਾ, ਸਾਰੀਆਂ ਸਵਾਰੀਆਂ ਦੀ ਡੈਥ ਹੋ ਗਈ,
ਕੁਛ ਸੱਟਾਂ ਨਾਲ, ਕੁਛ ਬਾਅਦ ਵਿੱਚ ਠੰਡ ਨਾਲ, ਕਿਉਂਕਿ ਸਾਰੀ ਰਾਤ -ਡਿਗਰੀ 'ਚ ਪਏ ਰਹੇ। ਇੱਕ ਛੋਟਾ ਜਿਹਾ ਬੱਚਾ 6 ਕੁ ਮਹੀਨਿਆਂ ਦਾ, ਕੱਪੜੇ ਤਾਂ ਭਾਵੇਂ ਉਹਦੇ ਵੀ ਕਾਫੀ ਪਾਏ ਹੋਏ ਸੀ, ਲੇਕਿਨ ਉਹ ਬਿਲਕੁਲ ਜਿੰਦਾ ਸਵੇਰੇ ਦੇਖਿਆ, ਉੱਥੋਂ ਚੱਕਿਆ। ਜੇ ਸੱਟ ਨਹੀਂ ਲੱਗੀ ਤਾਂ ਕਮ ਸੇ ਕਮ ਠੰਡ ਤਾਂ ਬਹੁਤ ਸੀਗੀ, ਇੰਨੀ ਠੰਡ ਦੇ ਵਿੱਚ ਵੀ ਉਹਨੂੰ ਰੱਖ ਲਿਆ। ਇਹ ਹੈ ਉਹਦੀ ਕਲਾ। ਮਾਨਸ ਯਤਨ ਕਰਤ ਬਹੁ ਭਾਂਤ, ਬੰਦਾ ਬਹੁਤ ਕਿਸਮ ਤੋਂ, ਬਹੁਤ ਭਾਂਤਾਂ ਤੋਂ ਯਤਨ ਕਰਦਾ। ਤਿਸਕੇ ਕਰਤਵ ਬਿਰਥੇ ਜਾਤ, ਉਹਦੇ ਸਾਰੇ ਕਰੇ ਹੋਏ ਕਰਤੱਵ ਵੀ ਬਿਰਥੇ ਚਲੇ ਜਾਂਦੇ ਆ ਜੇ ਪ੍ਰਭੂ ਦੀ ਆਗਿਆ 'ਚ ਨਾ ਹੋਣ ਤਾਂ। ਮਾਰੇ ਨਾ ਰਾਖੈ ਅਵਰ ਨਾ ਕੋਈ, ਨਾ ਕੋਈ ਹੋਰ ਮਾਰ ਸਕਦਾ, ਨਾ ਕੋਈ ਰੱਖ ਸਕਦਾ। ਜੇ ਉਹਦਾ ਹੁਕਮ ਹੈ ਤਾਂ ਹੀ ਉਹ ਚੀਜ਼ ਵਾਪਰਨੀ ਹੈ। ਸਰਬ ਜੀਆਂ ਕਾ ਰਾਖਾ ਸੋਏ, ਸਭ ਜੀਆਂ ਦਾ ਰਾਖਾ ਉਹੀ ਹੈ। ਕਾਹੇ ਸੋਚ ਕਰੈ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲਖ ਵਡਾਣੀ। ਫਿਰ ਬੰਦੇ ਤੂੰ ਕਿਉਂ ਸੋਚ ਕਰਦਾ ਹੈ, ਕਿਉਂ ਚਿੰਤਾ ਕਰਦਾ ਹੈ? ਚਿੰਤਾ ਛੱਡ ਅਚਿੰਤ ਰਹੋ, ਜਪ ਨਾਨਕ ਪ੍ਰਭ ਲਖ ਵਡਾਣੀ। ਜਦੋਂ ਸਭ ਕੁਝ ਸਮਰੱਥ ਹੈ ਕਰਨ ਦੇ, ਮਾਰਨ ਰੱਖਣ ਵਾਲਾ ਆਪ ਹੈ, ਤਾਂ ਫਿਰ ਤੂੰ ਕਿਉਂ ਨਹੀਂ ਉਸ ਲੱਖ ਵਡਾਣੀ ਦਾ ਜਾਪ ਕਰਦਾ, ਉਹਨੂੰ ਯਾਦ ਕਿਉਂ ਨਹੀਂ ਕਰਦਾ? ਸੋਚ ਵਿਚਾਰ ਹਰ ਵਕਤ ਉਹਦੀ ਕਰ, ਤਾਂ ਕਿ ਤੈਨੂੰ ਹਮੇਸ਼ਾ ਵਾਸਤੇ ਹੀ ਕੋਈ ਕਸ਼ਟ ਨਾ ਆਵੇ। ਬਾਰੰਬਾਰ ਬਾਰ ਪ੍ਰਭ ਜਪੀਏ, ਬਾਰ-ਬਾਰ ਉਹਦਾ ਨਾਮ ਜਪੀਏ। ਹੁਣ ਇੱਥੇ ਦੇਖੋ ਸਾਧ ਸੰਗਤ ਜੀ, ਉਹ ਸਾਡੇ ਕੁਛ ਭਰਾ ਮਿਸਗਾਈਡਡ ਕਹੇਗਾ ਦਾਸਰਾ ਉਹਨਾਂ ਨੂੰ, ਜਿਹੜੇ ਕਹਿੰਦੇ ਵੀ ਬਾਣੀ 1-2 ਵਾਰ ਪੜ੍ਹ ਲਈ, ਵਿਚਾਰ ਲਈ, ਫਿਰ ਕਿਆ ਲੋੜ ਹੈ ਬਾਰ-ਬਾਰ ਕਰਨੇ ਦੀ, ਜਪਣ ਨੂੰ ਤਾਂ ਉਹ ਬਲਕਿ ਤੋਤਾ ਰਟਣ ਕਹਿਣ ਲੱਗ ਪਏ। ਉਹਨਾਂ ਨੂੰ ਜਿਹੜਾ ਬੁੱਝਣੇ ਵਾਲੀ ਗੱਲ ਹੈ, ਉਹ ਹੈ ਨਹੀਂ ਗੁਰਬਾਣੀ ਦੀ ਪਤਾ। ਉੱਪਰੋਂ ਅਰਥ ਭੇਦ ਸ਼ਬਦਾਂ ਦਾ ਜਾਣ ਲਿਆ ਉਹਨਾਂ ਨੇ, ਸ਼ਬਦਾਂ ਦੇ ਵਿੱਚ ਬਿਹਾਈਂਡ ਦਾ ਲਾਈਨ ਕਿਹੜੀ ਬਾਤ ਹੈ ਉਹ ਨਹੀਂ ਸਮਝ ਸਕਦੇ। ਉਹੀ ਬਾਤ ਪਾਤਸ਼ਾਹ ਫਰਮਾ ਰਹੇ, ਬਾਰੰਬਾਰ ਬਾਰ ਪ੍ਰਭ ਜਪੀਏ। ਕਿਉਂਕਿ ਜਿਹੜਾ ਰੂਹਾਨੀਅਤ ਹੈ ਜਿਹੜੀ, ਉਹਦੇ ਵਿੱਚ ਜਦੋਂ ਬਾਰ-ਬਾਰ ਇੱਕ ਨੁਕਤੇ ਦੇ ਉੱਤੇ ਬੰਦਾ ਕੰਸਨਟਰੇਸ਼ਨ ਕਰਦਾ ਹੈ, ਤਾਂ ਉਹੋ ਜਿਹਾ ਹੋ ਜਾਂਦਾ। ਉਹ ਪ੍ਰਭੂ ਨੂੰ ਜਪਦਿਆਂ ਪ੍ਰਭੂ ਵਰਗਾ ਹੀ ਹੋ ਜਾਂਦਾ, ਵਿੱਚੇ ਲੀਨ ਹੋ ਜਾਂਦਾ ਉਹਦੇ। ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਏ, ਇਹ ਅੰਮ੍ਰਿਤ ਪੀਣ ਨਾਲ ਨਾਮ ਵਾਲਾ ਮਨ ਔਰ ਤਨ ਉਹਦੇ ਰੱਜ ਜਾਂਦੇ। ਹੋਰ ਕਿਸੇ ਪਾਸੇ ਰੱਜ ਨਹੀਂ ਆਉਂਦਾ। ਜਿਹੜਾ ਬੰਦਾ ਡੁਐਲਿਟੀ 'ਚ ਹੈ, ਦੁਆਇਤ ਵਿੱਚ ਹੈ, ਉਹ ਕਦੇ ਨਹੀਂ ਰੱਜ ਸਕਦਾ। ਜਿਹੜਾ ਨਾਮ ਨਾਲ ਜੁੜ ਗਿਆ, ਏਕੇ ਨਾਲ ਜੁੜ ਗਿਆ, ਉਹ ਹਮੇਸ਼ਾ ਹੀ ਰੱਜਿਆ ਰਹਿੰਦਾ, ਉਹਦੇ ਅੰਦਰ ਸੰਤੋਖ ਪੈਦਾ ਹੋ ਜਾਂਦਾ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਹੀਂ ਦ੍ਰਿਸ਼ਟਾਇਆ। ਜਿਨ੍ਹਾਂ ਨੇ ਗੁਰੂ ਦੇ ਅਨੁਸਾਰੀ ਹੋ ਕੇ ਨਾਮ ਦਾ ਰਤਨ ਪਾ ਲਿਆ, ਅੰਦਰ ਹਿਰਦੇ 'ਚ ਪ੍ਰਗਟ ਕਰ ਲਿਆ, ਉਹਨਾਂ ਨੂੰ ਹੋਰ ਕੁਛ ਨਜ਼ਰ ਆਉਂਦਾ ਹੀ ਨਹੀਂ। ਫਿਰ ਬਸ ਇੱਕੋ ਹੀ ਦਿਖਦਾ, ਉਸ ਤੋਂ ਬਿਨਾਂ ਸਭ ਕੁਛ ਨੂੰ ਹੇਚ ਜਾਣਦਾ ਬੰਦਾ। ਸਾਧ ਸੰਗਤ ਜੀਓ, ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਨਾਮ ਤੋਂ ਬਿਨਾਂ ਜਿੰਨੇ ਵੀ ਕਰਮ ਬੰਦਾ ਕਰਦਾ, ਕਰਮ ਧਰਮ ਕਰਦਾ ਰੱਬ ਦੇ ਨਾਂ ਪਰ, ਸਭ ਵਿਅਰਥ ਚਲੇ ਜਾਂਦੇ, ਨਰਕ ਨੂੰ ਜਾਂਦਾ। ਗੁਰਬਾਣੀ ਫਰਮਾ ਰਹੀ, ਆਪਣੇ ਕੋਲੋਂ ਨਹੀਂ ਕਹਿ ਰਿਹਾ ਦਾਸਰਾ। ਕਰਮ ਧਰਮ ਦੂਜਾ ਭਾਏ, ਇਹ ਮਨ ਮੈਲਾ ਇੱਕ ਨਾ ਧਿਆਏ, ਅੰਤਰ ਮੈਲ ਲਾਗੀ ਬਹੁ ਦੂਜੇ ਭਾਏ। ਬੰਦੇ ਨੂੰ ਇਸ ਗੱਲ ਦੀ ਸਮਝ ਨਹੀਂ ਬਈ ਮੈਂ ਦੂਜੇ ਭਾਅ 'ਚ ਮੈਲਾ ਹੈ, ਮੇਰੇ ਅੰਦਰ ਏਕਾ ਭਾਅ ਨਹੀਂ ਹੈ। ਜੇ ਇਸ ਚੀਜ਼ ਦੀ ਸਮਝ ਲੱਗ ਗਈ ਤਾਂ ਹੀ ਉਹ ਧੋਊਗਾ ਆਪਣੇ ਆਪ ਨੂੰ, ਫਿਰ ਦੂਜੇ 'ਚੋਂ ਨਿਕਲ ਕੇ ਏਕੇ 'ਚ ਆਊ। ਸਾਰੀ ਗੁਰਬਾਣੀ ਏਕੇ 'ਤੇ ਜ਼ੋਰ ਦੇ ਰਹੀ ਹੈ। ਕਿਉਂਕਿ ਸਾਧ ਸੰਗਤ ਜੀ, ਜਿੰਨਾ ਚਿਰ ਅਸੀਂ ਏਕੇ 'ਚ ਨਹੀਂ ਆਵਾਂਗੇ, ਇੱਕ ਦੇ ਨਾਲ ਨਹੀਂ ਚੱਲਾਂਗੇ, ਸਵਾਲ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ। ਉਹ ਕਰਮ ਧਰਮ ਜੋ ਵੀ ਬੰਦਾ ਕਰਦਾ ਹੈ, ਤੀਰਥ ਯਾਤਰਾਵਾਂ ਕਰਦਾ, ਰਟਨ ਕਰਦਾ ਸੰਸਾਰ ਦਾ, ਜਾਂ ਹੋਰ ਵੀ ਦਾਨ ਪੁੰਨ ਕਰਦਾ, ਕੁਛ ਵੀ ਕਰਦਾ, ਅਸ਼ਟਾਂਗ ਕਰਦਾ, ਆਸਣ ਕਰਦਾ, ਸਿੱਧ ਆਸਣ ਕਰਦਾ, ਇਹ ਸਾਰਿਆਂ ਦੇ ਵਿੱਚ ਜਿਹੜੀ ਅੰਦਰੂਨੀ ਜਿਹੜੀ ਬਾਤ ਹੈ ਉਹ ਨਹੀਂ ਹੈ ਅੰਦਰ। ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ, ਜਾਂ ਕੈ ਅੰਦਰ ਭਾਉ ਹੈ ਦੂਜਾ। ਤੋ ਜਿੰਨਾ ਚਿਰ ਅੰਦਰ ਤੇ ਦੂਜਾ ਭਾਉ ਨਹੀਂ ਨਿਕਲਦਾ, ਏਕੇ ਵੱਲ ਨੂੰ ਸੂਈ ਨਹੀਂ ਹੁੰਦੀ ਸਾਡੀ, ਅਸੀਂ ਨਹੀਂ ਸਫਲ ਹੋ ਸਕਦੇ। ਸਾਡੀ ਡਾਇਰੈਕਸ਼ਨ ਚੇਂਜ ਹੋਣੀ ਚਾਹੀਦੀ ਹੈ। ਇਹੀ ਕੰਮ ਗੁਰੂ ਨੇ ਕਰਨਾ। ਉਹ ਕਿਵੇਂ ਹੋਊਗੀ? ਹਉਮੈ ਵਿੱਚ ਸੂਈ ਆਪਣੇ ਵੱਲ ਹੈ, ਜਾਂ ਆਪਣੇ ਪਰਿਵਾਰ ਵੱਲ ਹੈ, ਸੰਸਾਰ ਵੱਲ ਹੈ। ਜੇ ਹਉਮੈ ਟੁੱਟ ਗਈ ਤਾਂ ਸੂਈ ਨੇ ਨਿਰੰਕਾਰ ਵੱਲ ਹੋ ਜਾਣਾ। ਆਹ ਹੈ ਸਾਰਾ ਹੀ ਨੁਕਤਾ ਹਉਮੈ ਪਰ ਖੜਾ ਹੈ ਗੁਰਬਾਣੀ ਦਾ, ਗੁਰਮਤਿ ਦਾ। ਜਿੰਨਾ ਚਿਰ ਸਾਡੀ ਡਾਇਰੈਕਸ਼ਨ ਨਹੀਂ ਗੁਰੂ ਚੇਂਜ ਕਰਦਾ,
नहीं सफलता मिलनी। पढ़ी जाओ, सुनी जाओ, विचारी भी जाओ, नहीं प्राप्ति होनी जिन्ना चिर बुझते नहीं बात ਨੂੰ। बुझना यही है ਨਿਊਐਂਸ, ਜਿਹਨੂੰ ਆਪਾਂ ਪਹਿਲਾਂ ਵੀ ਵਿਚਾਰੀਏ ਬਾਤ, ਜਾਂ ਆਪਾਂ ਸਟਲਟੀ ਕਹਿ ਦੋ ਚਾਹੇ ਇਹਨੂੰ, ਉਹ ਇਹੀ ਹੈ ਵੀ ਸਾਡੀ ਜਿਹੜੀ ਸੂਈ ਆ ਨਿਰੰਕਾਰ ਵੱਲ ਹੋ ਜਾਏ, ਨਾਮ ਵੱਲ ਹੋ ਜਾਏ। ਸਾਨੂੰ ਪਤਾ ਲੱਗ ਜਾਏ ਵੀ ਹੋਰ ਤਾਂ ਸਾਰਾ ਕੁਝ ਹੇਚ ਹੈ, ਵਿਅਰਥ ਹੈ। ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ। ਵੈਸੇ ਤਾਂ ਦੇਖਣ ਨੂੰ ਜਿਹੜੇ ਸਾਡੇ ਸਿਆਸੀ ਲੋਕ ਹੈ, ਨੇਤਾ, ਜਿਨ੍ਹਾਂ ਨੂੰ ਆਪਾਂ ਆਈਡਲ ਵੀ ਸਮਝਦੇ ਹਾਂ ਕਈ ਵਾਰੀ, ਉਹ ਵੀ ਇਸ ਤਰ੍ਹਾਂ ਬਹੁਤ ਬੜੇ ਨਿਮਰ ਲੱਗਦੇ। ਅਸੀਂ ਜੀ ਤੁਹਾਡੇ ਦਾਸ ਹੈ ਜੀ, ਸਾਨੂੰ ਸੇਵਾ ਦੱਸੋ ਜੀ ਕੋਈ, ਇਸ ਤਰ੍ਹਾਂ ਦੀਆਂ ਬਾਤਾਂ ਉਹ ਵੀ ਕਰਦੇ ਹੈ। ਇਹ ਬਾਹਰੋਂ ਹੈ, ਅੰਦਰੋਂ ਨਹੀਂ ਹੈ। ਇੱਕ ਚੀਜ਼ ਅੰਦਰ ਤੇ ਵੈਸਟਡ ਇੰਟਰਸਟ ਹੁੰਦਾ ਹੈ ਜਿੱਤਣ ਦਾ, ਇਲੈਕਸ਼ਨ ਵੋਟਾਂ ਦਾ। ਬਾਹਰੋਂ ਬਹੁਤ ਨਿਮਰਤ ਹੁੰਦੇ ਬਣ ਕੇ। ਇਸ ਤਰ੍ਹਾਂ ਹੀ ਧਾਰਮਿਕ ਲੋਕ ਵੀ ਕਈ ਦਫਾ ਬਾਹਰ ਤੋਂ ਕਰਦੇ ਆ। ਅਪਰਾਧੀ ਦੂਣਾ ਨਿਭੈ ਜੋ ਹੰਤਾ ਮਿਰਗਾ ਹੈ। ਜ਼ਿਆਦਾ ਝੁਕਦਾ ਅਪਰਾਧੀ ਸਗੋਂ ਅੰਦਰ ਤੋਂ ਝੁਕਣਾ, ਪ੍ਰਭੂ ਦੇ ਹੋਣਾ। ਇਹ ਹੈ ਜਿਹੜੀ ਡਾਇਰੈਕਸ਼ਨ ਚੇਂਜ ਦੀ ਬਾਤ ਹੈ। ਸਾਧ ਸੰਗਤ ਜੀ, ਉਹ ਇੱਕ ਵਾਰੀ ਹਾਫਿਜ਼ ਇੱਕ ਸੂਫੀ ਸੰਤ ਹੋਇਆ ਈਰਾਨ 'ਚ। ਉਹਦੇ ਕੋਲ ਕੋਈ ਬੰਦਾ ਆਪਣੇ ਨਵਜਾਤ ਬੱਚੇ ਨੂੰ ਲੈ ਕੇ ਆ ਗਿਆ, 2-4 ਮਹੀਨਿਆਂ ਦਾ। ਬਈ ਸੰਤ ਜੀ ਇਹ ਦੱਸੋ ਵੀ ਮੇਰਾ ਬੱਚਾ ਕਿਆ ਬਣੂਗਾ ਭਵਿੱਖ ਵਿੱਚ ਬੜਾ ਹੋ ਕੇ। ਕਹਿੰਦੇ ਅੱਛਾ ਭਾਈ, ਜਾ ਇਹ 3 ਚੀਜ਼ਾਂ ਲੈ ਕੇ ਆਓ। ਕੁਰਾਨ ਦੀ ਕਾਪੀ ਤਾਂ ਉਹਨੇ ਆਪਣੇ ਕੋਲੋਂ ਹੀ ਦੇ ਦਿੱਤੀ, ਇੱਕ ਸ਼ਰਾਬ ਦੀ ਬੋਤਲ ਲਿਆ ਅਤੇ ਇੱਕ ਮੋਹਰ ਲੈ ਕੇ ਆ। ਤਿੰਨੇ ਚੀਜ਼ਾਂ ਰੱਖ ਦਿੱਤੀਆਂ ਬੱਚੇ ਦੇ ਅੱਗੇ, ਔਰ ਬੱਚੇ ਨੇ ਤਿੰਨਾਂ ਚੀਜ਼ਾਂ ਨੂੰ ਹੱਥ ਪਾ ਲਿਆ। ਸੰਤ ਜੀ ਨੇ ਮਾਰਿਆ ਮੱਥੇ 'ਤੇ ਹੱਥ। ਉਹ ਕਹਿੰਦੇ ਸਾਈਂ ਜੀ ਦੱਸੋ ਤਾਂ ਸਹੀ ਕਿਆ ਗੱਲ, ਵੀ ਤੁਸੀਂ ਮੱਥੇ 'ਤੇ ਹੱਥ ਕਿਉਂ ਮਾਰਿਆ? ਕਹਿੰਦੇ ਭਾਈ ਇਹ ਰਾਜਨੀਤਿਕ ਬਣੂਗਾ। ਕਹਿੰਦੇ ਜੀ ਫਿਰ ਰਾਜਨੀਤਿਕ ਤਾਂ ਲੋਕਾਂ 'ਚ ਬੜੀ ਪ੍ਰਸਿੱਧੀ ਹੁੰਦੀ ਹੈ, ਬੜੀ ਵਡਿਆਈ ਹੁੰਦੀ ਉਹਦੀ। ਕਹਿੰਦੇ ਭਾਈ ਬਾਹਰ ਹੀ ਹੁੰਦੀ ਹੈ, ਅੰਦਰ ਜਿੱਥੇ ਦਰਗਾਹ 'ਤੇ ਜਾਣਾ ਉੱਥੇ ਨਹੀਂ ਹੁੰਦੀ ਹੈ। ਇੱਥੇ ਬਥੇਰੀ ਵਡਿਆਈ ਹੁੰਦੀ ਹੈ। ਕਿਸੇ ਟਾਈਮ ਵਡਿਆਈ ਹੁੰਦੀ ਹੈ, ਕਿਸੇ ਟਾਈਮ ਫਾਂਸੀ ਦਾ ਫੰਦਾ ਵੀ ਗਲ 'ਚ ਪੈਂਦਾ। ਭੁੱਟੋ ਦੇ ਪਿਆ ਨਹੀਂ ਬਈ ਇਹ ਦਰਗਾਹ ਵਿੱਚ ਨਹੀਂ ਇਹਦੀ ਕੀਮਤ ਪੈਣੀ। ਰਾਜਨੀਤਿਕ ਬੰਦਾ ਬੋਲੇਗਾ ਹੋਰ, ਕਹੇਗਾ ਹੋਰ, ਬਣੇਗਾ ਕੁਛ ਹੋਰ, ਔਰ ਦਿਖਾਊਗਾ ਕੁਛ ਹੋਰ। ਉਹਦਾ ਕੁਛ ਨਹੀਂ ਪਤਾ ਹੁੰਦਾ ਵੀ ਉਹਦੇ ਕਈ ਚਿਹਰੇ ਲੱਗੇ ਹੋਏ ਹੁੰਦੇ, ਦੇਖਣ ਨੂੰ ਕੁਛ ਹੋਰ ਲੱਗਦਾ ਹੁੰਦਾ, ਗੱਲ ਕੁਛ ਹੋਰ ਹੁੰਦੀ ਹੈ ਪਿੱਛੇ ਤੇ ਉਹਦੀ। ਸੋ ਇਹ ਚੀਜ਼ ਨੂੰ ਨਾਮ ਨੇ ਹਟਾਉਣਾ ਹੈ। ਜੇ ਸਾਡੇ ਅੰਦਰ ਨਾਮ ਦਾ ਪ੍ਰਵੇਸ਼ ਹੋ ਜਾਏ, ਪ੍ਰਕਾਸ਼ ਹੋ ਜਾਏ ਸਾਡੇ ਅੰਦਰ, ਫਿਰ ਇਹ ਜਿਹੜਾ ਆਹ ਚੱਕਰ ਹੈ ਦੁਨੀਆ ਵਾਲਾ, ਜਿਹੜਾ ਡੁਐਲਿਟੀ ਵਿੱਚ ਅਸੀਂ ਦੂਜੇ ਨੂੰ ਚੰਗਾ ਬਣ ਕੇ ਦਿਖਾਉਂਦੇ ਹਾਂ, ਇਹ ਹਟ ਜਾਂਦਾ। ਜਿਹੜਾ ਬੰਦੇ ਦੇ ਅੰਦਰ ਨਾਮ ਪ੍ਰਗਟ ਹੋ ਗਿਆ, ਉਹ ਚੰਗਾ ਬਣਨ ਦੀ ਕਦੇ ਕਹਿੰਦਾ ਹੀ ਨਹੀਂ ਵੀ ਮੈਂ ਚੰਗਾ ਹੈ। ਉਹ ਤਾਂ ਆਪਣੇ ਆਪ ਨੂੰ ਬਹੁਤ ਨੀਵਾਂ ਰੱਖਦਾ ਹੈ ਅੰਦਰ ਤੋਂ। ਜੁਆਰੀਆ, ਨੀਚ, ਲੂਣ ਹਰਾਮੀ, ਅਕਿਰਤ ਘਣ, ਬਹੁਤ ਕੁਛ ਕਹਿੰਦਾ ਆਪਣੇ ਆਪ ਨੂੰ। ਜਿਹੜਾ ਨਹੀਂ ਹੈ ਅੰਦਰੋਂ ਚੰਗਾ, ਉਹ ਕਹੂਗਾ ਮੈਂ ਤਾਂ ਬਹੁਤ ਵਧੀਆ, ਜਾਂ ਫਿਰ ਹਿਪੋਕ੍ਰੇਸੀ ਕਰੂਗਾ ਬਾਹਰ ਤੋਂ ਚੰਗਾ ਬਣਨੇ ਦੀ। ਸੋ ਸਾਧ ਸੰਗਤ ਜੀ, ਉਹ ਜਿਹੜਾ ਨਾਮ ਹੈ ਇਹ ਬਹੁਤ ਦੁਰਲੱਭ ਵਸਤੂ ਹੈ। ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਪਰਮਾਤਮਾ ਦੇ ਭਜਨ ਤੋਂ ਬਿਨਾਂ, ਨਾਮ ਤੋਂ ਬਿਨਾਂ ਧਰਮਰਾਜ ਨੇ ਇੱਕ ਨਹੀਂ ਸੁਣਨੀ। ਸਾਰੀਆਂ ਕਰਤੂਤਾਂ ਜੋ ਵੀ ਬੰਦਾ ਉਰੇ ਕਰਕੇ ਜਾਂਦਾ ਹੈ, ਪੁੰਨ ਦਾਨ ਜਾਂ ਜੋ ਕੁਛ ਵੀ ਕਰਦਾ ਹੈ, ਉਹਨਾਂ ਪਰ ਜਮਾਂ ਦੀ ਜਗਾਤ ਲੱਗਦੀ, ਡੰਡ ਲੱਗਦਾ। ਔਰ ਦਾਨੇ ਇਸ ਤਰ੍ਹਾਂ ਵੀ ਕਹਿੰਦੇ ਆ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਦੇ ਪਤਵੰਤਿਓ, ਬਈ ਸੰਗਲ ਦੋਹਾਂ ਪਾਸਿਆਂ ਨੂੰ ਪੈਣੇ। ਜੇ ਨਹੀਂ ਆਪਾਂ ਧਰਮ ਕਰਮ ਕਰਦੇ ਤਾਂ ਵੀ ਪੈਣੇ ਹੈ, ਸੋਨੇ ਦੇ ਸੰਗਲ ਪੈਣੇ। ਜੇ ਕਰਦੇ ਆ ਤਾਂ ਲੋਹੇ ਦੇ ਪੈਣੇ ਆ, ਜੇ ਕਰਦੇ ਆ ਤਾਂ ਸੋਨੇ ਦੇ ਪੈਣੇ। ਸੰਗਲ ਦਬੱਲੇ ਨੂੰ ਪੈਣੇ। ਸੰਗਲਾਂ ਤੋਂ ਜੇ ਬਚਣਾ ਹੈ ਤਾਂ ਇੱਕੋ ਹੀ ਚੀਜ਼ ਹੈ, ਨਾਮ ਪ੍ਰਭੂ ਦਾ, ਏਕੇ ਚਾਉਣ ਨੂੰ। ਡੁਐਲਿਟੀ ਵਿੱਚ ਜੋ ਮਰਜ਼ੀ ਕਰੋ, ਰੱਬ ਦਾ ਨਾਂ ਜਪੀ ਜਾਓ, ਜੋ ਮਰਜ਼ੀ ਕਰੋ, ਤੀਰਥ ਕਰੀ ਜਾਓ, ਨਹੀਂ ਸਫਲਤਾ ਮਿਲਣੀ ਹੈ। ਬੰਨੇ ਜਾਵਾਂਗੇ ਬੇਸ਼ੱਕ ਸੰਗਲ ਸੋਨੇ ਦੇ ਹੋ ਜਾਊਗੇ, ਚਲੋ ਇੰਨਾ ਕੁ ਫਰਕ ਹੋ ਜੂ। ਜੇ ਨਹੀਂ ਕੁਛ ਵੀ ਕਰਦੇ ਤਾਂ ਸੋਨੇ ਦੇ ਆਪਣਾ ਲੋਹੇ ਦੇ ਸੰਗਲਾਂ ਨਾਲ ਜਕੜੇ ਜਾਵਾਂਗੇ, ਬੰਨ ਦਬੱਲੇ ਨੂੰ ਹੋਣਾ। ਇਹ ਹੈ ਗੁਰਮਤਿ ਦਾ ਥੋਟ। ਜੋ ਵੀ ਕਰਨਾ ਹੈ ਇੱਕ ਦੇ ਨਿਮਿੱਤ ਕਰਨਾ ਹੈ। ਸਾਨੂੰ ਮੈਲ ਹੀ ਦੂਜੇ ਭੋਅ ਦੀ ਲੱਗੀ ਹੋਈ ਅਸਲ 'ਚ, ਇਹ ਚੀਜ਼ ਸਮਝਣੀ ਹੈ। ਇਹ ਗੁਰਬਾਣੀ ਸਮਝਾ ਰਹੀ ਹੈ ਵਾਰ-ਵਾਰ ਕੂਕ ਕੇ। ਜੇ ਸਮਝ ਆ ਗਈ ਤਾਂ ਠੀਕ ਹੈ, ਜੇ ਨਹੀਂ ਆਈ ਤਾਂ ਫਿਰ
ਐਸੇ ਤਰੀਕੇ ਨਾਲ ਧਰਮਰਾਜ ਦੇ ਪੇਸ਼ ਹੋ ਜਾਣਾ ਜਾ ਕੇ ਉੱਥੇ, ਫਿਰ ਜਗਾਤ ਲੱਗਣੀ ਓ ਲੱਗਣੀ, ਡੰਡਾ ਲੱਗਣਾ ਹੀ ਪੈਣਾ ਸਿਰ ਵਿੱਚ। ਜੇ ਨਾਮ ਪੱਲੇ ਆ ਗਿਆ ਤਾਂ ਜਮ ਦੂਰ ਤੋਂ ਦੇਖ ਸਕਦੇ, ਨੇੜੇ ਨਹੀਂ ਆ ਸਕਦੇ। ਧਰਮਰਾਜ ਵੀ ਨਮਸਕਾਰ ਕਰੂਗਾ ਦੂਰ ਤੋਂ। ਇਹ ਵਡਿਆਈ ਹੈ ਨਾਮ ਦੀ। ਉਹ ਨਾਮ ਵਰਗੀ ਕੋਈ ਚੀਜ਼ ਹੀ ਨਹੀਂ ਹੈ। ਨਾਮ ਬਹੁਤ ਦੁਰਲੱਭ ਵਸਤੂ ਹੈ, ਜੇ ਕਿਸੇ ਨੂੰ ਪ੍ਰਾਪਤ ਹੋ ਜੇ ਤਾਂ। ਨਾਮ ਧਨ ਨਾਮੋ ਰੂਪ ਰੰਗ। ਨਾਮ ਹੀ ਧਨ ਹੈ, ਨਾਮ ਹੀ ਰੂਪ ਹੈ, ਨਾਮ ਹੀ ਰੰਗ ਹੈ ਸਾਧੂਆਂ ਵਾਸਤੇ। ਨਾਮੋ ਸੁਖ ਹਰ ਨਾਮ ਕਾ ਸੰਗ। ਸਭ ਸੁੱਖ ਹਰੀ ਦੇ ਨਾਮ ਦੇ ਸੰਗ ਹੈ। ਨਾਮ ਰਸ ਜੋ ਜਨ ਤ੍ਰਿਪਤਾਨੇ। ਜਿਹੜੇ ਨਾਮ ਦੇ ਰਸ ਦੇ ਨਾਲ ਜਿਹੜੇ ਜਨ ਤ੍ਰਿਪਤਾਨੇ ਹੈ, ਯਾਨੀ ਉਹ ਰੱਜ ਜਾਂਦੇ ਹੈ। ਮਨ ਤਨ ਨਾਮੈ ਨਾਮ ਸਮਾਨੇ। ਉਹਨਾਂ ਦਾ ਮਨ ਵੀ ਤਨ ਵੀ ਨਾਮ ਦੇ ਨਾਲ ਵਿੱਚ ਹੀ ਸਮਾ ਜਾਂਦਾ, ਉਹਨਾਂ ਦੇ ਇੱਕੋ ਬਣ ਜਾਂਦੇ। ਫਿਰ ਸਤਿਗੁਰ ਕੀ ਜਿਸਨੋਂ ਮਤ ਆਵੈ, ਸੋ ਸਤਿਗੁਰ ਮਾਹੀ ਸਮਾਨਾ। ਊਠਤ ਬੈਠਤ ਸੋਵਤ ਨਾਮ। ਕਹੋ ਨਾਨਕ ਜਨ ਕੈ ਸਦਕਾ। ਉੱਠਦਿਆਂ ਬਹਿੰਦਿਆਂ ਸੌਂਦਿਆਂ ਖਾਂਦਿਆਂ ਪੀਂਦਿਆਂ ਹਰ ਵਕਤ ਨਾਮ। ਭਾਵੇਂ ਇਹ ਸਾਡੀ ਬੁੱਧੀ ਨੂੰ ਸ਼ਾਇਦ ਗੱਲ ਠੀਕ ਨਾ ਲੱਗੇ ਵੀ ਏਕਣ ਕਿਵੇਂ ਹੋ ਸਕਦਾ, ਪਰ ਇਹ ਬਿਲਕੁਲ ਠੀਕ ਬਾਤ ਹੈ, ਹੁੰਦਾ ਹੈ। ਇਹ ਸੰਤਾਂ ਦੀ ਜਿਹੜੀ ਬਾਤ ਹੈ, ਗਲਤ ਨਹੀਂ ਸੰਤ ਕਦੇ ਵੀ ਕਹਿੰਦਾ, ਨਾ ਗੁਰੂ ਕਹਿੰਦਾ। ਸਾਡੀ ਬੁੱਧੀ ਨੂੰ ਜ਼ਰੂਰ ਲੱਗਦਾ ਹੋ ਸਕਦਾ, ਕਿਉਂਕਿ ਬੁੱਧੀ ਤਿੰਨਾਂ ਗੁਣਾਂ 'ਚ। ਸੰਤ ਦੀ ਜਿਹੜੀ ਸੂਈ ਹੈ ਹਰ ਵਕਤ ਪਰਮਾਤਮਾ ਵੱਲ, ਨਾਮ ਵੱਲ ਲੱਗੀ ਰਹਿੰਦੀ ਹੈ। ਬੋਲੋ ਜਸ ਜੀਭਾ ਦਿਨ ਰਾਤ। ਜ਼ੁਬਾਨ ਤੋਂ ਦਿਨ ਰਾਤ ਉਹਦਾ ਜਸ ਕਰੀਏ। ਔਰ ਇਹ ਵੀ ਦੇਖਣ ਵਿੱਚ ਆਉਂਦਾ ਵੀ ਕਈ ਸਾਡੇ ਵਿਦਵਾਨ ਭਰਾ ਇਹ ਵੀ ਕਹਿੰਦੇ ਵੀ ਜਪਣ ਦੀ ਕਿਹੜੀ ਲੋੜ ਹੈ, ਜ਼ੁਬਾਨ ਨਾਲ ਮਨ 'ਤੇ ਕਰੀ ਜਾਓ ਜੇ ਕਰਨਾ ਤਾਂ ਕਹਿੰਦੇ ਇਸ ਤਰ੍ਹਾਂ। ਕਿਉਂਕਿ ਸਾਨੂੰ ਵਿਦਵਾਨਾਂ ਨੂੰ ਇਸ ਗੱਲ ਦੀ ਸੋਝੀ ਓ ਨਹੀਂ ਹੈ ਵੀ ਅਸਲ 'ਚ ਗੁਰਬਾਣੀ ਦਾ ਫਰਮਾਨ ਕਿਆ ਹੈ। ਦਿਨ ਰਾਤ ਬਾਰ-ਬਾਰ ਪ੍ਰਭੂ ਦਾ ਜਾਪ ਕਰਨਾ। ਫਿਰ ਇੱਥੇ ਫੇਰ ਖਿਆਲ ਰੱਖਣਾ ਵੀ ਕਿਤੇ ਸ਼ੇਸ਼ਨਾਗ ਵਾਲਾ ਜਾਪ ਨਾ ਹੋ ਜੇ। ਗੱਲ ਪਰ ਗੁਰਬਾਣੀ ਸਾਡੀ ਅਗਵਾਈ ਕਰਦੀ ਹੈ। ਸ਼ੇਸ਼ਨਾਗ ਇਸੇ ਕਰਕੇ ਵੀ ਉਹਨੂੰ ਇਹ ਨਹੀਂ ਪਤਾ ਵੀ ਪਰਮਾਤਮਾ ਇੱਕ ਹੈ ਜਾਂ ਮੈਂ ਇੱਕ ਦੇ ਨਾਲ ਜੁੜਨਾ, ਉਹ ਨਾਮ ਜਪੀ ਜਾ ਰਿਹਾ, ਪਤਾ ਹੈ ਨਹੀਂ। ਇਸੇ ਕਰਕੇ ਉਹਦਾ ਨਾਮ ਜਪੇ ਹੋਏ ਦਾ ਹੁਣ ਤਾਈਂ ਇੱਕ ਤਿਲ ਜਿੰਨਾ ਭੇਤ ਨਹੀਂ ਉਹਨੂੰ ਆਇਆ। ਪ੍ਰਭ ਆਪਣੇ ਜਨ ਕੀਨੀ ਦਾਤ। ਪ੍ਰਭੂ ਨੇ ਆਪਣੇ ਨੇ ਜਨ ਦੇ ਉੱਪਰ ਦਾਤ ਕਰੀ ਹੋਈ, ਦਾਤ ਦਿੱਤੀ ਹੋਈ ਹੈ ਉਹਨੂੰ ਵੀ ਤੂੰ ਦਿਨ ਰਾਤ ਉਹਦਾ ਜਸ ਕਰ। ਕਰੈ ਭਗਤ ਆਤਮ ਕੈ ਚਾਏ। ਪ੍ਰਭ ਆਪਣੇ ਸਿਉ ਰਹਿ ਸਮਾਏ। ਆਪਣੇ ਆਤਮਾ ਦੇ ਚਾਅ ਦੇ ਨਾਲ ਭਗਤ ਭਗਤੀ ਕਰਦੇ ਔਰ ਆਪਣੇ ਪ੍ਰਭੂ ਦੇ ਨਾਲ ਸਮਾਏ ਰਹਿੰਦੇ। ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ। ਜੋ ਹੋ ਰਿਹਾ ਹੈ ਉਹਨੂੰ ਉਹ ਸੱਚ ਕਰਕੇ ਜਾਣਦੇ ਆ ਔਰ ਹੁਕਮ ਮੰਨਦੇ ਆ ਉਹਦਾ। ਉਹਦੇ ਹੁਕਮ ਤੋਂ ਬਾਅਦ ਜੋ ਕੁਛ ਹੈ ਉਹਨੂੰ ਨਹੀਂ ਮੰਨਦੇ। ਉਹ ਹੁਕਮ ਦੇ ਵਿੱਚ ਜੋ ਵੀ ਉਹ ਕਰ ਰਿਹਾ ਹੈ ਔਰ ਉਹਦੇ ਭਾਣੇ ਨੂੰ ਸੱਚ ਕਰਕੇ ਮੰਨਦੇ ਹੋ। ਆਪਣਾ ਭਾਣਾ ਨਹੀਂ ਵਿੱਚ ਸ਼ਾਮਿਲ ਕਰਦੇ। ਹੁਕਮ ਭਾਵੇਂ ਉਹਦਾ ਹੀ ਹੁੰਦਾ, ਪਰ ਭਾਣਾ ਵਿੱਚ ਬੰਦਾ ਆਪਣਾ ਸ਼ਾਮਿਲ ਕਰ ਲੈਂਦਾ। ਆਪਣੇ ਭਾਣੇ ਤੋਂ ਦੂਰ ਰਹਿਣਾ, ਗੁਰੂ ਦੇ ਹੁਕਮ ਵਿੱਚ ਔਰ ਗੁਰੂ ਦੇ ਭਾਣੇ ਵਿੱਚ ਆਉਂਦਾ ਜਿਹੜਾ ਸੰਤ ਜਨ ਹੁੰਦਾ। ਤਿਸ ਕੀ ਮਹਿਮਾ ਕੌਣ ਬਖਾਨੋ। ਕੌਣ ਉਹਦੀ ਮਹਿਮਾ ਜਾਣ ਸਕਦਾ ਜਿਹੜਾ ਐਸਾ ਜਨ ਹੁੰਦਾ ਹੈ। ਤਿਸ ਕਾ ਗੁਣ ਕਹੈ ਏਕ ਨਾ ਜਾਨੋ। ਇੱਕ ਗੁਣ ਵੀ ਉਹਦਾ ਬਿਆਨ ਨਹੀਂ ਕਰਿਆ ਜਾ ਸਕਦਾ ਜਿਹੜਾ ਚੌਥੇ ਪਦ ਵਾਲਾ ਮਹਾਂਪੁਰਸ਼ ਹੁੰਦਾ। ਸਾਧ ਸੰਗਤ ਜੀ, ਉਹ ਚੌਥਾ ਪਦ ਔਰ ਪਰਮ ਪਦ ਦੀ ਥੋੜ੍ਹੀ ਜਿਹੀ ਵਿਚਾਰ ਨਿਊਐਂਸ ਦੇ ਤੌਰ 'ਤੇ ਵਿਚਾਰੀਏ। ਵੈਸੇ ਤਾਂ ਆਪਾਂ ਰਲ ਗੱਡ ਕਰਿਆ ਹੋਇਆ ਸਾਰੀਆਂ ਚੀਜ਼ਾਂ ਨੂੰ। ਕਈ ਲੋਕ ਇਸ ਗੱਲ ਦਾ ਬੁਰਾ ਵੀ ਮਨਾਉਂਦੇ ਬਈ ਸੰਤਾਂ ਨੂੰ ਗੁਰੂ ਵੀ ਕਹਿੰਦੇ ਹੋ, ਉਹਨਾਂ ਦਾ ਆਪਣਾ ਇੰਟਰਸਟ ਹੋ ਸਕਦਾ, ਪਰ ਆਪਾਂ ਗੁਰੂ ਸਾਹਿਬ ਦੇ ਮਗਰ ਮਗਰ ਚੱਲਣਾ ਹੈ। ਬਈ ਇੱਕ ਸਾਖੀ ਤੋਂ ਥੋੜ੍ਹੀ ਜਿਹੀ ਸਪਸ਼ਟ ਕਰਨ ਦੀ ਦਾਸਰਾ ਕੋਸ਼ਿਸ਼ ਕਰੂਗਾ, ਜਿਹੜਾ ਅੱਗੇ ਵੀ ਵਿਚਾਰ ਆਉਂਦਾ ਹੈ, ਕਈ ਵਾਰ ਆ ਲਿਆ ਸੰਗਤ ਵਿੱਚ। ਜਿਹੜੇ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਲੇ ਮਹਾਂਪੁਰਸ਼ ਸੀਗੇ ਸਾਈਂ ਮੀਆਂ ਮੀਰ ਜੀ, ਮੁਸਲਿਮ ਸੀ ਵੈਸੇ, ਉਹਨਾਂ ਦਾ ਜਿਹੜਾ ਬਾਹਰਲਾ ਧਰਮ ਸੀਗਾ, ਪਰ ਸੰਤਾਂ ਦਾ ਵੈਸੇ ਕੋਈ ਧਰਮ ਹੁੰਦਾ ਹੀ ਨਹੀਂ। ਉਹ ਬਹੁਤ ਮਹਾਂਪੁਰਸ਼ ਸੀਗੇ ਚੌਥੇ ਪਦ ਵਾਲੇ। ਗੁਰੂ ਸਾਹਿਬ ਨੇ ਆਪਣੇ ਸਿੰਘ ਭੇਜ ਕੇ ਉਹਨਾਂ ਨੂੰ ਬਾਇੱਜ਼ਤ ਬਹੁਤ ਅਦਬ ਦੇ ਨਾਲ ਲੈ ਕੇ ਆਏ ਔਰ ਹਰਿਮੰਦਰ ਸਾਹਿਬ ਦੀ ਨੀਂਹ ਰਖਾਈ ਉਹਨਾਂ ਤੋਂ। ਦੇਖੋ ਵਡਿਆਈ। ਔਰ ਜਦੋਂ ਗੁਰੂ ਸਾਹਿਬ ਲਾਹੌਰ ਵੀ ਗਏ ਹੈ ਤਾਂ ਉੱਥੇ ਵੀ ਸਾਈਂ ਮੀਆਂ ਮੀਰ ਨੇ ਆਪਣੀਆਂ ਤਲੀਆਂ ਦੇ ਉੱਪਰ ਉਹਨਾਂ ਦੇ ਚਰਨ ਰਖਾ ਕੇ ਹੇਠਾਂ ਤਾਰੇ ਘੋੜੇ ਤੋਂ। ਉਹਨਾਂ ਨੂੰ ਮੁਸਲਮਾਨਾਂ ਨੇ ਬੁਰਾ ਸਮਝਿਆ ਵੀ
ਇਹ ਵੀ ਕਿਹਾ ਉਹਨਾਂ ਦੀ ਆਪਣੀ ਭਾਸ਼ਾ 'ਚ ਵੀ, ਇੱਕ ਕਾਫਰ ਨੂੰ ਤੁਸੀਂ ਇੰਨਾ ਸਤਿਕਾਰ ਕਿਉਂ ਦਿੰਦੇ? ਕਿਉਂਕਿ ਹਿੰਦੂਆਂ ਸਿੱਖਾਂ ਨੂੰ ਉਹ ਕਾਫਰ ਕਹਿੰਦੇ, ਔਰ ਅਸੀਂ ਲੋਕ ਉਹਨਾਂ ਨੂੰ ਮਲੇਸ਼ ਕਹਿੰਦੇ। ਉਹ ਵੀ ਤੁਸੀਂ ਇੰਨਾ ਕਿਉਂ ਸਤਿਕਾਰ ਦਿੰਦੇ ਉਹਨਾਂ ਨੂੰ? ਕਿਉਂਕਿ ਉਹਨਾਂ ਦੀ ਨਿਗਾਹ 'ਚ ਉਹ ਗੁਰੂ ਨਹੀਂ ਥੇ। ਜੇ ਗੁਰੂ ਹੁੰਦੇ ਤਵੀ ਪਰ ਕਿਉਂ ਪੰਜਵੇਂ ਨੂੰ ਗੁਰੂ ਸਾਹਿਬ ਨੂੰ ਬਿਠਾਲਦੇ ਹੋ? ਇਸੇ ਤਰ੍ਹਾਂ ਛੇਵੇਂ ਪ੍ਰਤੀ ਉਹਨਾਂ ਦੀ ਨਿਗਾਹ ਸੀਗੀ ਵੀ ਇਹ ਤਾਂ ਜੰਗ ਵੀ ਕਰਦੇ ਆ ਹਥਿਆਰਾਂ ਨਾਲ, ਸਾਡੇ ਰਾਜਿਆਂ ਨਾਲ, ਮੁਸਲਮਾਨ ਰਾਜਿਆਂ ਨਾਲ, ਤੁਸੀਂ ਉਹਨਾਂ ਨੂੰ ਇੰਨਾ ਸਤਿਕਾਰ ਕਿਉਂ ਦਿੰਦੇ? ਦੇਖੋ ਜਵਾਬ ਸਾਈਂ ਮੀਆਂ ਮੀਰ ਜੀ ਦਾ। ਕਹਿੰਦੇ ਭਾਈ ਗੱਲ ਆਏ ਹੈ ਵੀ ਕਦੇ ਕਦਾਈ ਅਸੀਂ ਸੁਰਤ ਦੇ ਨਾਲ ਪਰਮਾਤਮਾ ਦੀ ਕਚਹਿਰੀ ਵੀ ਚਲੇ ਜਾਂਦੇ ਹਾਂ। ਅਸੀਂ ਅੰਦਰ ਤਾਂ ਨਹੀਂ ਵੜ ਸਕਦੇ, ਪਰ ਅਸੀਂ ਜਿਹੜੀ ਬਾਹਰ ਦਰਵਾਜ਼ਾ ਜਾਂ ਡਿਓਢੀ ਕਹਿ ਲਓ ਉਹਨੂੰ, ਦੁਆਰਾ ਜਿਹੜਾ, ਅਸੀਂ ਉੱਥੇ ਜਾ ਕੇ ਬਹਿ ਜਾਂਦੇ, ਅੰਦਰ ਨਹੀਂ ਜਾ ਸਕਦੇ। ਅੰਦਰ ਤੋਂ ਇੱਕ ਮੂਰਤ ਨਿਕਲਦੀ ਹੈ, ਉਹਦੇ ਕੋਲ ਇੱਕ ਕਾਗਜ਼ ਹੁੰਦਾ, ਇੱਕ ਦੁਆਤ ਕਲਮ ਹੁੰਦੀ ਹੈ, ਪੈਨ ਕਹਿ ਲਓ। ਬਈ ਸਾਤੋਂ ਪੁੱਛ ਕੇ ਸਾਡੇ ਸਵਾਲ, ਫਿਰ ਉਹ ਅੰਦਰ ਜਾਂਦਾ ਹੈ, ਪਰਮਾਤਮਾ ਦੇ ਨਾਲ ਡਿਸਕਸ਼ਨ ਕਰਕੇ ਫਿਰ ਸਾਨੂੰ ਆ ਕੇ ਜਵਾਬ ਦੇ ਦਿੰਦਾ। ਕਹਿੰਦੇ ਉਹ ਕੌਣ ਮੂਰਤ ਹੈ? ਕਹਿੰਦੇ ਇਹੀ ਹੈ ਜਿਹਨੂੰ ਤੁਸੀਂ ਕਾਫਰ ਕਹਿੰਦੇ। ਇਹ ਦਰਗਾਹ ਦੇ ਵਿੱਚ ਅੰਦਰ ਜਾਂਦੀ ਹੈ, ਅਸੀਂ ਜਾ ਨਹੀਂ ਸਕਦੇ। ਇਹ ਹੈ ਸੰਤ ਦਾ ਔਰ ਗੁਰੂ ਦਾ ਫਰਕ। ਹਾਲਾਂਕਿ ਚੌਥੇ ਗੁਣ ਵਾਲਾ ਕਿਹੜਾ ਛੋਟਾ ਹੁੰਦਾ, ਬਾਣੀ ਵੀ ਰਚਦਾ ਹੈ, ਪਰ ਇਹ ਸਟਲਟੀ ਹੈ ਜਿਹਨੂੰ ਆਪਾਂ ਨਿਊਐਂਸ ਕਹਿੰਦੇ ਹਾਂ। ਥੋੜ੍ਹਾ ਜਿਹਾ ਬਰੀਕੀ ਦੇ ਵਿੱਚ ਜਦ ਬੁੱਝਦੇ ਹਾਂ ਗੱਲ ਨੂੰ, ਤਾਂ ਗੁਰਬਾਣੀ 'ਚੋਂ ਇਹੀ ਪ੍ਰਤੀਤ ਹੁੰਦੀ। ਨਹੀਂ ਤਾਂ ਗੁਰੂ ਸਾਹਿਬਾਂ ਨੂੰ ਕਿਆ ਗੱਲ ਸੀਗੀ, ਜਿਨ੍ਹਾਂ ਦੀ ਬਾਣੀ ਨੂੰ ਗੁਰੂ ਦਾ ਦਰਜਾ ਦਿੱਤਾ, ਵਿੱਚ ਸ਼ਾਮਿਲ ਕਰੀਏ, ਉਹਨਾਂ ਨੂੰ ਗੁਰੂ ਨਹੀਂ ਸੀ ਲਿਖ ਸਕਦੇ? ਉਹਨਾਂ ਨੇ ਲਿਖਿਆ ਨਹੀਂ। ਤਾਂ ਆਪਾਂ ਤਾਂ ਗੁਰੂ ਦਾ ਅਨੁਸਰਨ ਕਰਨਾ, ਜੋ ਗੁਰੂ ਸਾਹਿਬ ਫਰਮਾ ਰਹੇ। ਆਪਣੀ ਬੁੱਧੀ ਛੋਟੀ ਹੈ, ਉਹਨਾਂ ਦੇ ਪਿੱਛੇ ਚੱਲ ਕੇ ਹੀ ਕੁਛ ਬਾਤ ਕਹੀ ਜਾਂਦੀ ਹੈ। ਤੋ ਚਲੋ ਸਾਧ ਸੰਗਤ ਜੀ, ਬਾਤ ਨੂੰ ਅੱਗੇ ਚਲਾਈਏ। ਬਾਣੀ ਦੀ ਵਿਚਾਰ ਚੱਲ ਰਹੀ ਹੈ, ਇਹ ਤਾਂ ਵਿੱਚ ਵਿਚਾਰ ਆ ਜਾਂਦੀ ਹੈ। ਚਲੋ ਇਹ ਵੀ ਠੀਕ ਹੈ, ਕਿਉਂਕਿ ਅਸੀਂ ਗੁਰਬਾਣੀ ਦੇ ਨਾਲ ਏਕੇ ਨਾਲ ਜੋੜਨਾ, ਸੰਗਤ ਨੂੰ ਆਪ ਵੀ ਜੋੜਨਾ। ਤੋ ਸਾਧ ਸੰਗਤ ਜੀਓ, ਆਠ ਪਹਿਰ ਪ੍ਰਭ ਬਸੈ ਹਜੂਰੇ, ਕਹੋ ਨਾਨਕ ਸਹੀ ਜਨ ਪੂਰੇ। ਜਿਹੜੇ ਅੱਠੇ ਪਹਿਰ ਉਹਦੇ ਹਜੂਰ ਵਸਦੇ, ਉਹੀ ਜਨ ਪੂਰੇ। ਬਾਕੀ ਸਾਰਾ ਸੰਸਾਰ ਅਧੂਰਾ। ਕਰਮੀ ਧਰਮੀ ਸੰਸਾਰ ਬੰਧਨਾਂ ਵਿੱਚ ਹੈ, ਇਹ ਅਧੂਰਾ ਹੈ। ਕੇਵਲ ਨਾਮ ਵਾਲਾ ਪੂਰਾ ਹੈ। ਹੁਣ ਇੱਥੇ ਫਿਰ ਟਪਲਾ ਨਹੀਂ ਖਾਣਾ, ਕਿਉਂਕਿ ਕਈ ਲੋਕ ਬਹੁਤ ਬਾਹਰ ਤੋਂ ਹਰ ਗੱਲ 'ਚ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਦੇ ਹੈ, ਲੇਕਿਨ ਅੰਦਰ ਤੋਂ ਸੂਈ ਸੰਸਾਰ ਵੱਲ ਹੁੰਦੀ ਹੈ। ਉਹ ਬਾਹਰ ਦਾ ਫਿਰ ਸ਼ੇਸ਼ਨਾਗ ਵਾਲਾ ਜਪ ਰਹਿ ਜਾਂਦਾ। ਉਹ ਮਨ ਮੇਰੇ ਤਿਨ ਕੀ ਓਟ ਲੈ, ਉਹ ਮੇਰਿਆ ਮਨਾ, ਉਹਨਾਂ ਦੀ ਓਟ ਲੈ, ਉਹਨ ਜਨਾਂ ਦੀ ਓਟ ਲੈ। ਮਨ ਤਨ ਆਪਣਾ ਤਿੰਨ ਜਨ ਦੇ, ਆਪਣਾ ਮਨ ਤਨ ਉਹਨਾਂ ਜਨਾਂ ਨੂੰ ਦੇ ਦੇ, ਉਹਨਾਂ ਨੂੰ ਸਮਰਪਣ ਕਰ ਦੇ ਜਿਹੜਿਆਂ ਦੇ ਅੰਦਰ ਨਾਮ ਚੱਲਦਾ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਜਿਹਨੇ ਆਪਣੇ ਪ੍ਰਭੂ ਨੂੰ ਪਛਾਣ ਲਿਆ, ਉਹ ਜਨ ਸਾਰਿਆਂ ਥੋਕਾਂ ਦਾ, ਸਾਰੀਆਂ ਵਸਤੂਆਂ ਦਾ ਦਾਤਾ ਬਣ ਜਾਂਦਾ। ਦੇਖੋ ਵਡਿਆਈ ਜਨ ਦੀ। ਕਈ ਦਫਾ ਸਵਾਲ ਉੱਠਦੇ ਹੈ ਵੀ ਸੁਖਮਨੀ ਸਾਹਿਬ ਜਿਹੜਾ ਇਹ ਆਉਂਦਾ ਜ਼ਿਕਰ, ਬਈ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਵੀ ਇਹ ਤਾਂ ਰੱਬੇ ਹੋ ਸਕਦਾ, ਬੰਦਾ ਨਹੀਂ ਹੋ ਸਕਦਾ। ਨਹੀਂ ਭਾਈ, ਗੁਰਮਤ ਦਾ ਥੋਟ ਇਹ ਨਹੀਂ ਹੈ। ਸੋ ਜਨ ਸਰਬ ਥੋਕ ਕਾ ਦਾਤਾ ਬਣ ਜਾਂਦਾ। ਉਹ ਜਿਹਦੇ ਅੰਦਰ ਨਾਮ ਆ ਗਿਆ, ਨਾਮ ਦੇ ਵਿੱਚ ਸਾਰਾ ਕੁਛ ਹੀ ਆ ਜਾਂਦਾ। ਨਾਮ ਵਾਲਾ ਬੰਦਾ ਕੁਛ ਵੀ ਬਖਸ਼ ਸਕਦਾ ਕਿਸੇ ਨੂੰ। ਤਿਸ ਕੀ ਸ਼ਰਨ ਸਰਬ ਸੁਖ ਪਾਵੈ, ਉਹਦੀ ਸ਼ਰਨ ਵਿੱਚ ਆ ਕੇ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ। ਤਿਸ ਕੈ ਦਰਸ ਸਭ ਪਾਪ ਮਿਟਾਵੈ। ਸਾਧ ਸੰਗਤ ਜੀਓ, ਉਹਦੇ ਦਰਸ਼ਨਾਂ ਦੇ ਨਾਲ ਪਾਪ ਮਿਟ ਜਾਂਦੇ ਹੈ। ਸੰਤਾਂ ਦੀ ਇੱਕ ਬਾਤ ਹੋਰ, ਬਹੁਤ ਸਤਿਕਾਰ ਤੌਰ ਪੂਜਨਯੋਗ ਹੁੰਦੇ ਜਿਹੜੇ ਸੰਤ ਹੁੰਦੇ, ਛੋਟੀ ਅਵਸਥਾ ਨਹੀਂ ਹੁੰਦੀ ਉਹਨਾਂ ਦੀ। ਕਿਤੇ ਕੋਈ ਇਸ ਤਰ੍ਹਾਂ ਦਾ ਕੋਈ ਕਿਸੇ ਨੂੰ ਆਭਾਸ ਹੋ ਜਾਏ, ਉਹ ਨਹੀਂ ਗੱਲ ਹੈ। ਉਹ ਤਾਂ ਗੁਰੂ ਔਰ ਸੰਤ ਦੇ ਵਿੱਚ ਕੁਛ ਸਟਲ ਜਿਹਾ ਜਿਹੜਾ ਡਿਫਰੈਂਸ ਹੈ, ਉਹ ਆਪਾਂ ਨੇ ਵਿਚਾਰਿਆ। ਵੈਸੇ ਸਤਿਕਾਰ ਦੇ ਵਿੱਚ ਸਿਰ ਵੀ ਝੁਕਦਾ ਹੈ, ਪੈਰਾਂ ਨੂੰ ਚਰਨਾਂ ਨੂੰ ਹੱਥ ਵੀ ਲੱਗਦੇ ਆ ਸੰਤਾਂ ਦੇ। ਸੰਤ ਕੋਈ ਛੋਟੀ ਵਸਤੂ ਨਹੀਂ ਹੁੰਦੀ, ਸੰਤ ਬਹੁਤ ਉੱਚੀ ਅਵਸਥਾ, ਤਾਂ ਹੀ ਤਾਂ ਗੁਰਬਾਣੀ 'ਚ ਉਹਨਾਂ ਦੀ ਬਾਣੀ ਆਈ ਹੋਈ ਹੈ। ਸੋ ਜਿਹੜੇ ਵੀ ਸੰਤ ਹੈ, ਉਹਨਾਂ ਦੇ ਤਾਂ ਦਰਸ਼ਨ ਕਰਨ ਦੇ ਨਾਲ ਵੀ ਪਾਪ ਮਿਟ ਜਾਂਦੇ। ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। ਛੱਡਦੇ ਸਭ ਸਿਆਣਪਾਂ, ਅਜਿਹੇ ਜਨਾਂ ਦੀ ਸੇਵਾ ਵਿੱਚ ਲੱਗ ਜਾ। ਪ੍ਰਭੂ ਇਹੀ ਫਰਮਾਉਂਦੇ ਬੰਦੇ ਨੂੰ ਵੀ, ਮੇਰੇ ਦਾਸਾਂ ਦਾ ਦਾਸ ਹੋ ਜਾ।
ਜੇ ਕੁਝ ਦੇ ਤੇ ਮੈਨੂੰ ਪਾਉਣਾ, ਤਾਂ ਹੀ ਪਾਇਆ ਜਾਊਗਾ। ਜੇ ਤੂੰ ਮੈਨੂੰ ਪਾਉਣਾ ਚਾਹੁੰਦਾ ਹੈ ਤਾਂ ਮੈਨੂੰ ਸਿੱਧਾ ਨਾ ਇਸ ਤਰ੍ਹਾਂ ਕਰ, ਮੇਰੇ ਦਾਸਾਂ ਦਾ ਦਾਸ ਹੋ ਜਾ, ਫਿਰ ਮੈਂ ਤੇਰੇ ਕੋਲ ਅੰਦਰ ਤੇ ਪ੍ਰਗਟ ਹੋ ਜਾਣਾ। ਹੈ ਮੈਂ ਤੇਰੇ ਅੰਦਰ ਹੁਣ ਵੀ, ਪਰ ਤੈਨੂੰ ਪ੍ਰਤੀਤ ਨਹੀਂ ਹੈ। ਸਵਾਮੀ ਵਿਵੇਕਾਨੰਦ ਜੀ ਨੂੰ ਇੱਕ ਵਾਰ ਕਿਸੇ ਨੇ ਪੁੱਛ ਲਿਆ ਵੀ ਸਵਾਮੀ ਜੀ ਬਈ ਰੱਬ ਕਿਵੇਂ ਪਾਈਦਾ? ਉਹ ਕਹਿੰਦੇ ਭਾਈ ਜਿਹੜੇ ਸ਼ਾਸਤਰ ਹੈ, ਵੇਦ ਪੁਰਾਣ ਜੋ ਵੀ ਸ਼ਾਸਤਰ ਹੈ, ਬਈ ਇਹ ਬੰਦੇ ਨੂੰ ਰੱਬ ਬਾਰੇ ਦੱਸ ਤਾਂ ਸਕਦੇ, ਪਰ ਰੱਬ ਨੂੰ ਪ੍ਰਾਪਤੀ ਨਹੀਂ ਕਰਾ ਸਕਦੇ। ਉਹ ਕਹਿੰਦੇ ਜੀ ਕਿਵੇਂ, ਸਮਝਾਓ ਗੱਲ ਨੂੰ। ਸਵਾਮੀ ਜੀ ਕਹਿੰਦੇ ਬਈ ਬੰਦੇ ਤੈਨੂੰ ਪ੍ਰਤੀਤ ਹੀ ਨਹੀਂ ਹੈ ਵੀ ਤੂੰ ਰੱਬ ਹੈ। ਯੂ ਆਰ ਯੂਅਰ ਸੈਲਫ ਗੋਡ, ਤੂੰ ਰੱਬ ਹੈ, ਤੈਨੂੰ ਪ੍ਰਤੀਤ ਨਹੀਂ ਹੈ। ਇਹ ਪ੍ਰਤੀਤ ਕਰਾ ਸਕਦੇ ਸ਼ਾਸਤਰ, ਸੰਤ ਜਨ ਇਹੀ ਪ੍ਰਤੀਤ ਕਰਾਉਂਦੇ ਬੰਦੇ ਨੂੰ। ਬੰਦੇ ਨੂੰ ਸਮਝ ਨਹੀਂ ਹੈ ਇਸ ਗੱਲ ਦੀ। ਜਦੋਂ ਇਹ ਸਮਝ ਆ ਗਈ ਫਿਰ ਬੰਦਾ ਕਹਿੰਦਾ ਵੀ ਅਨਲ ਹਕ ਅਹਮ ਬ੍ਰਹਮ ਆਸਮੀ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਵਣ ਜਾਣ ਨਾ ਹੋਵੀ ਤੇਰਾ, ਫਿਰ ਤੇਰੀ 84 ਮਿਟ ਜੂਗੀ। ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ, ਅਜਿਹੇ ਜਨ ਦੇ ਹਮੇਸ਼ਾ ਹੀ ਪੈਰਾਂ ਨੂੰ ਪਵੋ, ਪੂਜੋ, ਜਿਹਦੇ ਅੰਦਰ ਨਾਮ ਚੱਲ ਪਿਆ। ਸਾਧ ਸੰਗਤ ਜੀਓ, ਅਸੀਂ ਜਿਹੜੇ ਮਨੁੱਖ ਹੈ, ਸਾਡੇ ਚੋਂ ਬਹੁਤੇ ਲੋਕ ਪੇਟ ਤੋਂ ਹੇਠਾਂ ਜਿਉਂਦੇ, ਭਾਵ ਕਾਮ ਕ੍ਰੋਧ ਵਿੱਚ ਰਹਿੰਦੇ, ਖਾਸ ਕਰਕੇ ਕਾਮ ਵਿੱਚ। ਕੁਛ ਸਾਡੇ ਚੋਂ ਪੇਟ ਵਿੱਚ ਜਿਉਂਦੇ, ਜਿਹਨੂੰ ਸਿਰਫ ਖਾਣਾ ਪੀਣੇ ਦਾ ਹੀ ਮਤਲਬ ਹੈ, ਲੱਭ ਲੋਭ ਹੈ। ਕੁਛ ਮੱਥੇ ਵਿੱਚ ਜਿਉਂਦੇ, ਜਿਵੇਂ ਸਤੋਗੁਣੀ ਹੁੰਦੇ, ਥੋੜ੍ਹੇ ਜਿਹੇ ਉੱਚੇ ਹੋ ਜਾਂਦੇ ਹੋ। ਔਰ ਉਸ ਤੋਂ ਵੀ ਅੱਗੇ ਜਿਹੜੇ ਸੰਤ ਲੋਕ ਹੈ, ਫਿਰ ਉਹ ਦਸਮ ਦੁਆਰ ਵਿੱਚ ਜਿਉਂਦੇ, ਦਸਵੇਂ ਆਕਾਸ਼ ਵਿੱਚ ਜਿਉਂਦੇ। ਉਹ ਹਰ ਵਕਤ ਉਹਨਾਂ ਦੀ ਸੁਤਾ ਉੱਧਰ ਲੱਗੀ ਰਹਿੰਦੀ ਹੈ, ਜਿਹਨੂੰ ਅੱਠੇ ਪੈਰ ਕਹਿੰਦੇ। ਖਾਂਦਿਆਂ ਪੀਂਦਿਆਂ ਸੌਂਦਿਆਂ ਜਾਂਦਿਆਂ ਮਾਰਗ ਚੱਲਦਿਆਂ ਹਰ ਵਕਤ ਉਹਦਾ ਖਿਆਲ ਰਹਿੰਦਾ, ਜਿਹਨੂੰ ਸਿਮਰਨ ਕਹਿੰਦੇ। ਜਪ ਔਰ ਸਿਮਰਨ 'ਚ ਇਹੀ ਅੰਤਰ ਹੈ। ਧਿਆਨ ਜਦ ਉੱਧਰ ਬਣ ਗਿਆ ਪੂਰਾ, ਧਿਆਨ ਦੇ ਵਿੱਚੋਂ ਫਿਰ ਜਦੋਂ ਸਿਮਰਨ ਨਿਕਲਿਆ ਆ, ਸੁਰਤ ਸਿਮਰਤ ਦੋਏ ਕੰਨੀ ਮੁੰਦਾਂ, ਪਰਮਿਤ ਬਾਹਰ ਖਿੰਥਾ, ਸੁਨ ਗੁਫਾ ਮੈਂ ਆਸਣ ਬੈਸਣ, ਕਲਪ ਵਿਵਰਜਿਤ ਪੰਥਾ। ਕਬੀਰ ਜੀ ਦਾ ਫਰਮਾਨ ਹੈ। ਸਾਡੀ ਸੁਰਤੀ ਔਰ ਸਿਮਰਤੀ, ਸੁਰਤੀ ਧਿਆਨ, ਸਿਮਰਤੀ ਯਾਦ, ਧਿਆਨ ਦੇ ਵਿੱਚੋਂ ਹੀ ਯਾਦ ਨਿਕਲਦੀ। ਜਦੋਂ ਇਹ ਦੋਹੇ ਉੱਧਰ ਹੋ ਜਾਏ ਸਾਡੀਆਂ, ਔਰ ਵਿਵੇਕ ਦੀ ਅਸੀਂ ਗੋਦੜੀ ਪਾ ਲਈਏ, ਜੋਗੀ ਜਿਵੇਂ ਉੱਪਰ ਗੋਦੜੀ ਪਾਉਂਦੇ ਲੀਰਾਂ ਦੀ, ਫਿਰ ਸੁਰਨ ਗੁਫਾ ਦੇ ਵਿੱਚ ਸਾਡਾ ਆਸਣ ਬਣਦਾ, ਜਿਹਨੂੰ ਚੌਥਾ ਸੁਰਨ ਕਹਿੰਦੇ। ਜੋਗੀ ਨੂੰ ਸਮਝਾਇਆ ਹੋਇਆ ਵੀ ਅੱਜ ਜਿਹੜੀਆਂ ਤੂੰ ਕੰਨ 'ਚ ਮੁੰਦਰਾਂ ਪਾਉਣਾ, ਦੋ ਇਹ ਧਿਆਨ ਦੀਆਂ ਔਰ ਯਾਦ ਦੀਆਂ ਬਣਾ ਲੈ, ਸੁਰਤ ਔਰ ਸਿਮਰਤੀ ਦੀਆਂ ਬਣਾ ਲੈ, ਔਰ ਵਿਵੇਕ ਗਿਆਨ ਨੂੰ ਅਡਾਪਟ ਕਰ ਲੈ। ਇਹੀ ਤੇਰੀ ਗੋਦੜੀ ਹੈ ਜਿਹੜੀ ਤੂੰ ਲੀਰਾਂ ਦੀ ਪਾਈ ਫਿਰਦਾ, ਦੁਨੀਆ ਨੂੰ ਦਿਖਾਉਣਾ ਵੀ ਮੈਂ ਬੜਾ ਗਰੀਬਣਾ, ਮੇਰੇ ਅੰਦਰ ਮੈਂ ਨਹੀਂ ਹੈ। ਇਹ ਭਾਈ ਇਹ ਤਾਂ ਬਾਹਰ ਦੀ ਗੱਲ ਹੈ, ਇਹਨੂੰ ਵਿਵੇਕ 'ਚ ਬਦਲ ਲੈ। ਜੇ ਗੁਰੂ ਕਿਰਪਾ ਕਰ ਦੇਵੇ ਤਾਂ ਹੀ ਹੋਣਾ ਇਹ ਕੰਮ। ਫਿਰ ਸੁਰਨ ਗੁਫਾ 'ਚ ਆਸਣ ਬੈਸਣ ਹੋਣਾ, ਨਹੀਂ ਤਾਂ ਨਹੀਂ ਹੋਣਾ। ਸ਼ਿਵ ਨਗਰੀ ਮੈਂ ਆਸਣ ਬੈਸਣ, ਕਲਪ ਤਿਆਗੀ ਵਾਦਨ। ਸ਼ਿਵ ਨਗਰੀ ਵੀ ਉਹੀ ਹੈ, ਜਿਹੜਾ ਸੁਰਨ ਦਾ, ਚੌਥੇ ਸੁਰਨ ਦੀ ਜਿਹੜੀ ਅਵਸਥਾ ਹੈ, ਸੁਰਨ ਸਹਿਜ ਦੀ ਜਾਂ ਸਹਿਜ ਸਮਾਧ ਦੀ ਜਿਹੜੀ ਅਵਸਥਾ ਹੈ। ਤੋ ਸਾਧ ਸੰਗਤ ਜੀਓ, ਇਹ ਅਵਸਥਾ ਜਿਹੜੀਆਂ ਬਾਹਰ ਸੰਸਾਰ ਨੇ ਕਲਪਿਤ ਕਰੀਆਂ ਹੋਈਆਂ ਹੈ, ਜਾਂ ਮਹਾਂਪੁਰਸ਼ਾਂ ਦੀ ਰੀਸ ਕਰੀ ਹੋਈ ਹੈ ਬਾਹਰ। ਜਿਵੇਂ ਕੱਲ੍ਹ ਵੀ ਵਿਚਾਰ ਕਰੀ ਸੀ ਵੀ ਪ੍ਰੇਮ ਚੌਥੇ ਪਦ ਦਾ ਜਾਂ ਪਰਮ ਪਦ ਦਾ ਸੂਚਕ ਹੈ। ਅਸੀਂ ਆਪਣੇ ਨਾਲ ਜੋੜ ਲਿਆ ਸੰਸਾਰੀ ਲੋਕਾਂ ਨੇ ਵੀ ਅਸੀਂ ਵੀ ਪ੍ਰੇਮ ਕਰਦੇ ਹਾਂ, ਮੇਰਾ ਤੁਹਾਡੇ ਨਾਲ ਬੜਾ ਪ੍ਰੇਮ ਹੈ। ਬਿਲਕੁਲ ਨਹੀਂ ਹੈ ਇਹ ਪ੍ਰੇਮ, ਇਹ ਆਸਕਤੀ ਹੈ ਜਾਂ ਲਗਾਓ ਹੈ। ਪ੍ਰੇਮ ਦੇ ਵਿੱਚ ਤਾਂ ਦੇਣਾ ਹੀ ਦੇਣਾ ਹੁੰਦਾ, ਲੈਣੇ ਦਾ ਸੋਚਿਆ ਵੀ ਨਹੀਂ ਜਾਂਦਾ ਕਦੇ। ਲੈਣ ਦੇਣ ਵਪਾਰ 'ਚ ਹੁੰਦਾ। ਪ੍ਰੇਮ ਤਾਂ ਗੁਰੂ ਵੱਲੋਂ ਬਖਸ਼ਿਆ ਜਾਂਦਾ ਚੌਥੇ ਪਦ ਤੋਂ ਬਾਅਦ, ਪਹਿਲਾਂ ਚੌਥੇ 'ਚ ਫਿਰ ਪਰਮ ਪਦ 'ਚ। ਬਿਨ ਗੁਰ ਪ੍ਰੇਮ ਨਾ ਲੱਭਈ, ਜਨ ਦੇਖੋ ਮਨ ਨਿਰਜਾਸ। ਅਸੀਂ ਪ੍ਰੇਮ ਕਰ ਲੂੰਗੇ, ਸਵਾਲ ਹੀ ਨਹੀਂ ਪੈਦਾ ਹੁੰਦਾ। ਹਾਂ, ਉਸ ਅਵਸਥਾ ਦਾ ਸ਼ਬਦ ਪ੍ਰੇਮ ਹੈ, ਉਹਨੂੰ ਅਸੀਂ ਆਪਣੇ ਨਾਲ ਜੋੜ ਲਿਆ। ਸਾਨੂੰ ਲੋਕਾਂ ਨੇ ਇੱਕ ਨੇ ਸਾਰੇ ਜੋੜੇ ਹੋਏ। ਸੁਨ ਨਗਰੀ ਵੀ ਇੱਕ ਨੇ ਜੋੜ ਲਈ, ਸੁਨ ਸਮਾਧ ਵੀ ਇੱਕ ਨੇ ਬਾਹਰ ਜੋੜ ਲਈ, ਜਿਹੜਾ ਅੰਦਰ ਅਨਹਦ ਚੱਲਦਾ ਉਹ ਵੀ ਬਾਹਰ ਜੋੜ ਲਿਆ ਧਤੂਰਾ ਪੀ ਕੇ।
ਬੀਨ ਸੁਣਦੀ ਹੈ ਸਾਨੂੰ, ਤੂੰਬਾ ਵਜਾਉਂਦੇ। ਇਹ ਸੰਸਾਰ ਦੀ ਆਪਣਾ ਚੱਲਣ ਹੈ ਉਹਦੇ ਹੁਕਮ ਵਿੱਚ ਹੈ, ਬਾਹਰ ਕੁਛ ਨਹੀਂ ਹੈ। ਲਾਏ ਹੋਏ ਉਹਨੇ ਹੀ ਹੈ ਦਵੱਲੇ, ਦੋਹਾਂ ਸਿਰਿਆਂ ਕਾ ਆਪ ਸੁਆਮੀ। ਡੁਐਲਿਟੀ 'ਚ ਵੀ ਉਹੀ ਹੈ, ਏਕੇ ਭਉ 'ਚ ਵੀ ਉਹੀ ਹੈ। ਪਰ ਇਹਨੂੰ ਸਮਝਣਾ ਇਸ ਤਰੀਕੇ ਨਾਲ ਹੈ ਵੀ ਡੁਐਲਿਟੀ 'ਚੋਂ ਨਿਕਲ ਕੇ ਏਕੇ 'ਚ ਆਉਣਾ ਜੇ ਉਹਦੀ ਪ੍ਰਾਪਤੀ ਕਰਨੀ ਹੈ। ਡੁਐਲਿਟੀ 'ਚ ਉਹਨੇ ਨਹੀਂ ਮਿਲਣਾ, ਦੂਜੇ ਭਉ 'ਚ ਉਹਨੇ ਨਹੀਂ ਮਿਲਣਾ, ਭਾਵੇਂ ਕਿ ਉਹਦੇ ਵਿੱਚ ਵੀ ਉਹ ਬੈਠਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇੱਕ ਛੋਟੀ ਜਿਹੀ ਸਾਖੀ ਆਪ ਜੀ ਨਾਲ ਸਾਂਝੀ ਕਰਕੇ ਸਮਾਪਤੀ ਕਰੀਏ। ਜ਼ੇਬੁਲ ਨਿਸਾ ਔਰੰਗਜ਼ੇਬ ਦੀ ਬੇਟੀ ਸੀ। ਉਹ ਇੱਕ ਦਿਨ ਬਾਗ ਵਿੱਚ ਟਹਿਲਦੀ ਟਹਿਲਦੀ ਆਪਣੇ ਅੱਬਾ ਦੇ ਨਾਲ ਕਹਿੰਦੀ, ਕੋਇਲ ਤੂੰ ਇਹ ਮਿੱਠੇ ਗਾਣੇ ਨਾ ਗਾ, ਤੈਨੂੰ ਪਤਾ ਤੇਰੀ ਗਰਦਨ ਵੱਢੀ ਜਾਊਗੀ ਇਸ ਗੱਲ ਪਿੱਛੇ। ਅੱਬਾ ਸੰਗੀਤ ਨੂੰ ਬਹੁਤ ਨਫ਼ਰਤ ਕਰਦੇ। ਇਹ ਅਨੁਕਤੀ ਅਲੰਕਾਰ ਹੈ, ਕਹਿਣਾ ਧੀ ਨੂੰ, ਸੁਣਾਉਣਾ ਨੂੰਹ ਨੂੰ। ਗੁਰੂ ਸਾਹਿਬ ਨੇ ਵੀ ਇਹ ਬਹੁਤ ਵਰਤਿਆ ਗੁਰਬਾਣੀ 'ਚ। ਗੱਲ ਆਪਣੇ ਉੱਪਰ ਕਹਿ ਰਹੇ, ਸੁਣਾ ਰਹੇ ਉਹਨੇ ਸਾਨੂੰ, ਸੰਸਾਰ ਨੂੰ, ਡੁਐਲਿਟੀ ਵਾਲਿਆਂ ਨੂੰ। ਆਪਣੇ ਉੱਪਰ ਲਾ ਲੈਂਦੇ ਗੱਲ ਨੂੰ, ਅਨੁਕਤੀ ਅਲੰਕਾਰ। ਤੋ ਕੋਇਲ ਤੂੰ ਐਕਣ ਨਾ ਬੋਲ, ਤੇਰੀ ਗਰਦਨ ਵੱਢੀ ਜਾਣੀ, ਤੂੰ ਮਿੱਠਾ ਨਾ ਗਾ। ਔਰੰਗਜ਼ੇਬ ਉਦਾਸੀ ਵਿੱਚ ਪੁੱਛ ਰਿਹਾ, ਕਹਿੰਦਾ ਬੇਟੀ ਮੈਨੂੰ ਕੱਲ੍ਹ ਇੱਕ ਖਤ ਮਿਲਿਆ। ਉਹ ਕੋਈ ਸਾਈਂ ਲੋਕ ਹੈ, ਉਹ ਕਹਿੰਦਾ ਵੀ ਮੈਂ ਜੇਬਲ ਨਿਸਾ ਦੇ, ਤੁਹਾਡੀ ਬੇਟੀ ਦੇ ਦਰਸ਼ਨ ਕਰਨੇ ਚਾਹੁੰਦਾ। ਇਸਲਾਮ ਵਿੱਚ ਦਰਸ਼ਨ ਦੇਣੇ ਇਸ ਤਰ੍ਹਾਂ ਪਰਾਏ ਮਰਦ ਨੂੰ ਮਨ੍ਹਾ ਹੈ, ਤਾਂ ਹੀ ਤਾਂ ਬੁਰਕਾ ਪਾਇਆ ਜਾਂਦਾ। ਉਹ ਕਹਿੰਦੀ ਅੱਬਾ ਫਿਰ ਤੁਸੀਂ ਇੰਨੇ ਉਦਾਸ ਕਿਉਂ ਹੈ? ਮੈਂ ਆਪੇ ਹੱਲ ਕਰ ਦੇਣਾ, ਤੁਹਾਡੇ ਚਰਨਾਂ 'ਚ ਆਊਗਾ ਉਹ। ਤੁਸੀਂ ਉਹਨੂੰ, ਮੈਂ ਇੱਕ ਚਿੱਠੀ ਲਿਖਦੀ ਹਾਂ, 2-4 ਸ਼ੇਅਰ ਲਿਖਦੀ ਹਾਂ, ਤੁਸੀਂ ਉਹਨੂੰ ਦੇ ਦਿਓ। ਉਹਨੇ ਲਿਖ ਕੇ ਦੇ ਦਿੱਤੇ। ਉਹਦੇ 'ਚ ਇਹ ਲਿਖਿਆ, ਉਹਦਾ ਭਾਵ ਇਹ ਸੀ ਵੀ ਜਿਹਨੂੰ ਫੁੱਲਾਂ ਦੀ ਖੁਸ਼ਬੂ ਤੋਂ ਫੁੱਲ ਦੀ ਪ੍ਰਤੀਤ ਨਹੀਂ ਆਉਂਦੀ, ਉਹਨੂੰ ਫੁੱਲ ਦੇ ਦਰਸ਼ਨ ਕਰਨ ਦਾ ਵੀ ਕੋਈ ਅਧਿਕਾਰ ਨਹੀਂ। ਆਹ ਲਿਖ ਦਿਓ, ਆਹ ਦੇ ਦਿਓ ਉਹਨੂੰ, ਲਿਖਿਆ ਹੋਇਆ। ਦੇ ਦਿੱਤਾ। ਔਰ ਸਾਈਂ ਜੀ ਉੱਪਰ ਤੋਂ ਹੇਠ ਤਾਈਂ ਹਿੱਲ ਗਿਆ। ਉਹ ਪਤਾ ਕਾਹਤੋਂ ਉਹਨੇ ਕਿਹਾ ਸੀ ਵੀ ਮੈਂ ਦਰਸ਼ਨ ਕਰਨੇ ਆ, ਕਿਉਂਕਿ ਜਿਹੜੀ ਜ਼ੇਬਲ ਨਿਸਾ ਸੀ ਉਹ ਉਪਨਿਸ਼ਦਾਂ ਦਾ ਮਤਾਲਾ, ਉਹਨਾਂ ਦਾ ਉਲੱਥਾ ਫਾਰਸੀ 'ਚ ਕਰਦੀ ਸੀਗੀ, ਵਿਦਵਾਨ ਸੀਗੀ। ਸੰਸਕ੍ਰਿਤ ਨੂੰ ਹਿੰਦੀ ਸੰਸਕ੍ਰਿਤ ਨੂੰ ਫਾਰਸੀ ਦੇ ਵਿੱਚ ਉਲੱਥਾ ਕਰਦੀ ਸੀ, ਤਾਂ ਕਰਕੇ ਉਹਨੇ ਸੋਚਿਆ ਸੀ ਵੀ ਮੈਂ ਦਰਸ਼ਨ ਕਰਾਂ। ਜਦ ਇਹ ਸੁਣਿਆ ਉਹਨੇ ਵੀ ਫੁੱਲ ਦੀ ਖੁਸ਼ਬੂ ਤੋਂ ਜਿਹਨੂੰ ਪਤਾ ਨਹੀਂ ਲੱਗਦਾ, ਉਹਨੂੰ ਫੁੱਲ ਦੇ ਦਰਸ਼ਨ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਹਨੇ ਫਿਰ ਮਾਫੀ ਮੰਗੀ ਔਰੰਗਜ਼ੇਬ ਤੋਂ ਵੀ, ਔਰ ਇਹ ਵੀ ਕਿਹਾ ਵੀ ਬੇਟੀ ਜਾਨ ਤੋਂ ਵੀ ਮੈਂ ਮਾਫੀ ਮੰਗਦਾ, ਉਹਨਾਂ ਨੂੰ ਵੀ ਕੀ ਹੋਈ ਗੱਲ ਵੀ ਮੈਂ ਭੁੱਲ ਗਿਆ ਸੀ। ਇਹੀ ਚੀਜ਼ ਨਾਮ ਹੈ। ਹੁਣ ਨਾਮ ਬਿਨਾਂ ਦਰਸ਼ਨ ਕਰੇ ਤੋਂ ਜਪਣਾ, ਸੁਣਨਾ, ਹਰ ਵਕਤ ਕਰਨਾ, ਇਹੀ ਮਾਰਗ ਹੈ ਗੁਰਮਤਿ ਦਾ। ਦਰਸ਼ਨ ਤਾਂ ਬਹੁਤ ਬਾਅਦ ਦੀ ਅਵਸਥਾ ਹੈ। ਸੁਣ ਕੇ ਹੀ ਆਪਣੇ ਪ੍ਰਭੂ ਦਾ ਖਿਆਲ ਕਰਨਾ ਵੀ ਉਹ ਕਿਹੋ ਜਿਹਾ ਹੈ। ਇਹ ਸਾਰਾ ਕੁਛ ਬਾਣੀ ਜਿਹੜੀ ਹੈ ਸਾਨੂੰ ਇਹੀ ਸੁਣਾ ਰਹੀ ਹੈ ਵੀ ਸਾਡਾ ਪ੍ਰਭੂ ਇਹੋ ਜਿਹਾ ਹੈ। ਐਕਣਾ ਉਹ ਪ੍ਰਾਪਤ ਹੁੰਦਾ, ਐਕਣਾ ਨਹੀਂ ਹੁੰਦਾ। ਸਾਧ ਸੰਗਤ ਜੀ, ਉਹ ਜਿਹੜੇ ਵਿਦਵਾਨ ਲੋਕ ਹੈ, ਪੜ੍ਹੇ ਲਿਖੇ ਲੋਕ ਕਹਿ ਲਓ, ਉਹ ਇਹ ਤਾਂ ਜਾਣ ਜਾਂਦੇ ਆ ਵੀ ਨਾਮ ਕੀ ਨਹੀਂ ਹੈ, ਪਰ ਨਾਮ ਕਿਆ ਹੈ ਇਸ ਚੀਜ਼ ਨੂੰ ਸਿਰਫ ਭਗਤ ਜਾਣਦਾ। ਬਹੁਤ ਗਹਿਰੀ ਬਾਤ ਹੈ ਕਿਸੇ ਅਦੀਬ ਦੀ ਕਹੀ ਹੋਈ। ਨਾਮ ਨੂੰ ਸਿਰਫ ਭਗਤ ਜਾਣਦਾ ਹੈ, ਵਿਦਵਾਨ ਨਹੀਂ ਜਾਣ ਸਕਦੇ। ਵਿਦਵਾਨ ਇਹ ਜਾਣ ਸਕਦੇ ਆ ਵੀ ਨਾਮ ਕਿਹੜੀ ਚੀਜ਼ ਨਹੀਂ ਹੈ। ਬਸ ਇਹਦੇ ਵਿੱਚ ਬਹੁਤ ਬੜਾ ਭੇਦ ਲੁਕਿਆ ਹੋਇਆ। ਤੋ ਦਿਓ ਆਗਿਆ, ਲੰਬੀ ਹੋ ਰਹੀ ਹੈ ਆਡੀਓ, ਫਿਰ ਅੱਗੇ ਅੱਗੇ ਕੋਈ ਅਪਸ਼ਬਦ ਦੀ ਵਾਰ-ਵਾਰ ਦਾਸਰਾ ਖਿਮਾ ਮੰਗਦਾ, ਕਿਉਂਕਿ ਦੇਖੋ ਭਾਵੇਂ ਕੋਸ਼ਿਸ਼ ਕਰੀ ਦੀ ਹੈ, ਜਿੰਨੀ ਕੁ ਬੁੱਧੀ ਦਿੱਤੀ ਹੈ ਉਹਨੇ ਬਖਸ਼ਿਸ਼ ਕਰੀ, ਆਪਾਂ ਉਸ ਤਰ੍ਹਾਂ ਬਿਆਨਦੇ ਹਾਂ, ਪਰ ਗੁਰਬਾਣੀ ਅਗਾਧ ਬਹੁਤ ਹੈ। ਇਹਨੂੰ ਬਿਆਨਣਾ ਬਹੁਤ ਮੁਸ਼ਕਿਲ ਹੈ। ਜੇ 5-10% ਵੀ ਵਿਆਖਿਆ ਹੋ ਜਾਵੇ ਤਾਂ ਵੀ ਚੰਗੀ ਗੱਲ ਹੈ, ਪਰ ਇੰਨੀ ਵੀ ਸ਼ਾਇਦ ਨਾ ਹੋਵੇ। ਜਿਵੇਂ ਭਾਈ ਨੰਦ ਲਾਲ ਜੀ ਨੇ ਇੱਕ ਵਾਰ ਦਸ਼ਮੇਸ਼ ਜੀ ਨੂੰ ਕਹਿ ਦਿੱਤਾ ਵੀ ਤੁਸੀਂ ਸ਼ੱਕਰ ਦੀ ਬੋਰੀ ਹੈ, ਪਰ ਮਾਫ਼ ਕਰ ਦਿਓ ਮੈਂ ਇਨਸਾਫ ਨਹੀਂ ਕਰ ਸਕਿਆ। ਤੁਸੀਂ ਤਾਂ ਸ਼ੱਕਰ ਦੀ ਬੋਰੀ ਨਾਲ ਮੈਂ ਤਸ਼ਬੀਹ ਦੇ ਬੈਠਿਆ, ਤੁਸੀਂ ਤਾਂ ਬਹੁਤ ਕੁਛ ਹੋਰ ਹੈ। ਜਿਵੇਂ ਤੁਲਸੀ ਨੇ ਇੱਕ ਵਾਰ ਕਿਸੇ ਸੰਤ ਬਾਰੇ ਕਹਿ ਦਿੱਤਾ ਵੀ ਸੰਤ ਮੱਖਣ ਵਰਗੇ ਹੁੰਦੇ, ਪਰ ਨਾਲ ਫਿਰ ਆਪ ਇਹ ਵੀ ਕਹਿ ਦਿੱਤਾ ਵੀ ਹੈ ਮੇਰੀ ਗਲਤੀ। ਮੱਖਣ ਤਾਂ ਸੇਕ ਨਾਲ ਪਿਘਲਦਾ, ਸੰਤ ਤਾਂ ਦੂਜੇ ਨੂੰ ਸੇਕ ਲੱਗੇ ਤੇ ਵੀ ਪਿਘਲਦੇ ਆ, ਤਸ਼ਬੀਹ ਮੇਰੀ ਗਲਤ ਹੈ। ਸੋ ਇਸੇ ਤਰੀਕੇ ਨਾਲ ਆਪਾਂ ਬਾਣੀ ਦੀ ਵਿਚਾਰ ਜ਼ਰੂਰ ਕਰਦੇ ਹਾਂ, ਪਰ ਕਿੰਨੀ ਕੁ ਹੁੰਦੀ ਹੈ ਇਹ ਨਹੀਂ ਕੁਛ ਵੀ ਕਿਹਾ ਜਾ ਸਕਦਾ। ਇਹ ਤਾਂ ਉਹੀ ਜਾਣਦਾ
ਕਿਉਂਕਿ ਸਾਡੀ ਅਲਪ ਬੁੱਧੀ ਇਹ ਚੀਜ਼ ਕਿਵੇਂ ਪਕੜੇ ਪੂਰੀ ਗੱਲ ਨੂੰ ਵੀ ਪਰਮਾਤਮਾ ਕਿਆ ਹੈ, ਨਾਮ ਕਿਆ ਹੈ, ਨਹੀਂ ਸਮਝ ਆ ਸਕਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।